हेलो प्यारे बच्चों, ਆਪਾਂ ਕਰ ਰਹੇ ਸੀ ਦਫ਼ਤਰੀ ਸ਼ਬਦਾਵਲੀ ਤੇ ਇਹਦੇ 2 ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੇ ਨੇ। ਤੀਸਰਾ ਵੀਡੀਓ ਕੁਝ ਹੋਰ ਨਵੇਂ ਸ਼ਬਦਾਂ ਦੇ ਨਾਲ ਲੈ ਕੇ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ। ਤਾਂ ਬੱਚਿਓ, ਤੀਸਰੇ ਭਾਗ ਵਿੱਚ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਡੈਜ਼ਿਗਨੇਸ਼ਨ ਤੋਂ ਸ਼ੁਰੂ ਹੋਣ ਵਾਲੇ ਡੀ ਵਾਲੇ ਸ਼ਬਦ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਡੈਜ਼ਿਗਨੇਸ਼ਨ, ਯਾਨੀ ਕਿ ਅਹੁਦਾ, ਪਦਵੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ कि फलाना बंदा इस डेजिग्नेशन पर काम करता है। ठीक है, डायरैक्टर के अहदे पर काम करता है, या आप कहेंगे क्लैरिकल दे विच काम करता है, क्लर्क का हैड क्लर्क का अहदा है, इस तरह डेजिग्नेशन कह दिता जाता है। नैक्सट है बच्चों डायरैक्ट रिक्रूटमेंट, मतलब सीधी भर्ती। कुछ महकमियां दे विच लाइक मैं एजुकेशन डिपार्टमेंट की ही गल करते हैं, मेरे लिए सब तो नेड़े है। ਤਾਂ ਕੁਝ ਅਧਿਆਪਕਾਂ ਦੀ ਸਿੱਧੀ ਭਰਤੀ ਕੀਤੀ ਜਾਂਦੀ ਹੈ, ਕੁਝ ਨੂੰ ਥਰੂ ਡਿਪਾਰਟਮੈਂਟ ਪ੍ਰਮੋਸ਼ਨ ਦੇ ਦਿੱਤੀ ਜਾਂਦੀ ਹੈ। ਕੋਈ JPT ਪੋਸਟ 'ਤੇ ਲੱਗਿਆ ਸੀ, ਉਹਨੂੰ BEd ਪੋਸਟ 'ਤੇ ਪ੍ਰਮੋਟ ਕਰ ਦਿੱਤਾ, ਜਾਂ ਕੋਈ ਮਾਸਟਰ ਕੇਡਰ ਦੇ ਵਿੱਚ ਸੀ, ਉਹਨੂੰ ਪ੍ਰਿੰਸੀਪਲ ਪ੍ਰਮੋਟ ਕਰ ਦਿੱਤਾ, ਤਾਂ ਉਹ ਹੋ ਜਾਂਦਾ ਥਰੂ ਡਿਪਾਰਟਮੈਂਟ। ਪਰ ਜਦੋਂ ਇਸ ਤਰ੍ਹਾਂ ਕਰਨ ਦੀ ਬਜਾਏ ਕੋਈ ਟੈਸਟ ਲੈ ਕੇ ਸਿੱਧਾ ਭਰਤੀ ਕਰਦੇ ਆ, ਸਿੱਧੀਆਂ ਪੋਸਟਾਂ 'ਤੇ ਉਹਨਾਂ ਦੀ ਨਿਯੁਕਤੀ ਕਰਦੇ ਆ, ਤਾਂ ਅਸੀਂ ਉਹਨੂੰ ਕਹਿੰਦੇ ਹਾਂ ਡਾਇਰੈਕਟ ਰਿਕਰੂਟਮੈਂਟ। ਨੈਕਸਟ ਆ ਬੱਚਿਓ ਡਾਇਰੈਕਟਰ, ਨਿਰਦੇਸ਼ਕ। ਤੁਹਾਨੂੰ ਪਤਾ ਹੀ ਹੈ ਦਫ਼ਤਰਾਂ ਦੇ ਵਿੱਚ, ਇੰਸਟੀਟਿਊਟਸ ਦੇ ਵਿੱਚ ਡਾਇਰੈਕਟਰਸ ਜਿਹੜੇ ਆ ਕੰਮ ਕਰ ਰਹੇ ਹੁੰਦੇ ਨੇ, ਜਿਹੜੇ ਡਾਇਰੈਕਸ਼ਨਸ ਦਿੰਦੇ ਆ, ਦਿਸ਼ਾ ਨਿਰਦੇਸ਼ ਦਿੰਦੇ ਆ ਕਿ ਕਿਸ ਤਰੀਕੇ ਨਾਲ ਕੰਮ ਕੀਤਾ ਜਾਏ। ਫਿਲਮਾਂ ਦੇ ਵਿੱਚ ਵੀ ਇਹ ਕੰਮ ਨਿਰਦੇਸ਼ਕਾਂ ਦਾ ਜਾਂ ਡਾਇਰੈਕਟਰਸ ਦਾ ਹੁੰਦਾ ਹੈ। ਡਿਪਟੀ ਡਾਇਰੈਕਟਰ ਜਾਂ ਉਪ ਨਿਰਦੇਸ਼ਕ, ਜੋ ਨਿਰਦੇਸ਼ਕ ਦੀ ਗੈਰ ਹਾਜ਼ਰੀ ਵਿੱਚ ਕੰਮ ਕਰੇਗਾ ਜਾਂ ਉਹਦੀ ਸਹਾਇਤਾ ਕਰੇਗਾ, ਉਹ ਹੋਗਾ ਡਿਪਟੀ ਡਾਇਰੈਕਟਰ ਜਾਂ ਉਪ ਨਿਰਦੇਸ਼ਕ। ਨੈਕਸਟ ਹੈ ਬੱਚਿਓ ਅਰਲੀ ਐਕਸ਼ਨ ਵਿਲ ਬੀ ਹਾਈਲੀ ਅਪਰੀਸ਼ੀਏਟਡ। ਜਦੋਂ ਅਸੀਂ ਆਪਣੀ ਕਿਸੇ ਡਾਕੂਮੈਂਟ ਦੇ ਨਾਲ ਇਹ ਕਹਿਣਾ ਹੋਵੇ ਵੀ ਇਹ 'ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ, ਤਾਂ ਅਸੀਂ ਔਡਰ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਛੇਤੀ ਤੋਂ ਛੇਤੀ ਸਾਡਾ ਕੰਮ ਇਹ ਕਰ ਦਿਓਗੇ ਤਾਂ ਅਸੀਂ ਉਹਨੂੰ ਅਪਰੀਸ਼ੀਏਟ ਕਰਾਂਗੇ, ਉਹਦੀ ਪ੍ਰਸ਼ੰਸਾ ਕਰਾਂਗੇ, ਵਡਿਆਈ ਕਰਾਂਗੇ, ਸ਼ਲਾਘਾ ਕਰਾਂਗੇ। ਛੇਤੀ ਕਾਰਵਾਈ ਸ਼ਲਾਘਾਯੋਗ ਹੋਵੇਗੀ। ਅਰਲੀ ਆਰਡਰਸ ਆਰ ਸੋਲਿਸਿਟਡ, ਇਹਦਾ ਮਤਲਬ ਹੁੰਦਾ ਕਿ ਛੇਤੀ ਆਦੇਸ਼ਾਂ ਲਈ ਬੇਨਤੀ ਹੈ। ਮੰਨ ਲਓ ਮਤਲਬ ਮੇਰੀ ਟਰਾਂਸਫਰ ਮੈਂ ਕਿਤੇ ਕਰਵਾਈ ਹੈ ਜਾਂ ਅਪੁਆਇੰਟਮੈਂਟ ਹੈ, ਤਾਂ ਮੈਂ ਰਿਕੁਐਸਟ ਕਰ ਸਕਦੀ ਹਾਂ ਕਿ ਮੇਰੇ ਆਰਡਰ ਛੇਤੀ ਤੋਂ ਛੇਤੀ ਕੀਤੇ ਜਾਣ ਨਵੀਂ ਥਾਂ ਦੇ ਜਿੱਥੋਂ ਮੇਰੀ ਬਦਲੀ ਕੀਤੀ ਹੈ। ਨੈਕਸਟ ਹੈ ਅਰਨਡ ਲੀਵ, ਕਮਾਈ ਛੁੱਟੀ ਜਾਂ ਹੱਕੀ ਛੁੱਟੀ ਜੋ ਸਾਨੂੰ ਮਿਲਦੀ ਹੈ ਇੰਪਲਾਈਜ਼ ਨੂੰ, ਅਤੇ ਜੇ ਉਹ ਨਹੀਂ ਲੈਂਦੇ ਉਹਦੇ ਬਦਲੇ 'ਚ ਉਹਨਾਂ ਨੂੰ ਤਨਖਾਹ ਦੇ ਦਿੱਤੀ ਜਾਂਦੀ ਹੈ, ਸੈਲਰੀ ਮਿਲ ਜਾਂਦੀ ਹੈ। ਨੈਕਸਟ ਬੱਚੋ ਐਫੀਸ਼ੀਐਂਸੀ ਬਾਰ, ਨਿਪੁੰਨਤਾ ਰੋਕ। ਜਦੋਂ ਤਨਖਾਹਾਂ ਵਗੈਰਾ ਦਾ ਜਾਂ ਅਲਾਊਂਸਿਸ ਦੀ ਗੱਲ ਹੁੰਦੀ ਹੈ ਤਾਂ ਐਫੀਸ਼ੀਐਂਸੀ ਬਾਰ ਇੰਪਲੀਮੈਂਟ ਕੀਤੀ ਜਾਂਦੀ ਹੈ। ਲਾਈਕ ਆਪਾਂ ਆਪਣੇ ਸਕੂਲ ਦੇ ਵਿੱਚ ਵੀ ਹੋ ਸਕਦਾ ਹੈ ਕਿ PRTs ਹੈ, DGTs ਹੈ, PGTs ਹੈ, ਆਪਾਂ ਕਹਿੰਦੇ ਕਿ ਇੱਕ ਐਫੀਸ਼ੀਐਂਸੀ ਬਾਰ ਰੱਖੀ ਗਈ ਹੈ। PRT ਦਾ ਇੰਨਾ ਗ੍ਰੇਡ ਹੋਏਗਾ, TGT ਦਾ ਇੰਨਾ ਗ੍ਰੇਡ ਹੋਏਗਾ, PGTs ਦਾ ਇੰਨਾ ਗ੍ਰੇਡ ਹੋਏਗਾ, ਇਸ ਤਰ੍ਹਾਂ ਕਰਕੇ। ਠੀਕ ਹੈ ਬੱਚੋ। ਤਾਂ ਨੈਕਸਟ ਹੈ ਐਲੀਜੀਬਿਲਿਟੀ, ਨਿਪੁੰਨਤਾ, ਪਾਤਰਤਾ, ਯੋਗਤਾ। ਨਿਪੁੰਨਤਾ ਐਫੀਸ਼ੀਐਂਸੀ ਬਾਹਰ ਲਈ ਸੀ, ਐਲੀਜੀਬਿਲਿਟੀ ਮੀਨਸ ਯੋਗਤਾ। ਐਲੀਜੀਬਲ ਹੋ ਜਾਂ ਨਹੀਂ ਤੁਸੀਂ ਇਸ ਪੋਸਟ ਲਈ ਐਲੀਜੀਬਲ। ਲਾਈਕ ਜੇ ਸਕੂਲ ਦੇ ਵਿੱਚ ਲੈਕਚਰਰ ਹੋਣਾ ਹੈ ਤਾਂ ਮਾਸਟਰ ਡਿਗਰੀ MA ਜਾਂ MSc ਜੋ ਹੈ ਉਹ ਤੁਹਾਡੀ ਮਿਨੀਮਮ ਐਲੀਜੀਬਿਲਿਟੀ ਹੈ। ਪਾਤਰਤਾ ਜਾਂ ਯੋਗਤਾ ਹੈ, ਮਤਲਬ ਇੰਨੀ ਕੁਆਲੀਫਿਕੇਸ਼ਨ ਤੁਹਾਡੀ ਚਾਹੀਦੀ ਹੀ ਹੈ। ਐਮਬੈਜ਼ਲਮੈਂਟ ਮੀਨਸ ਗਬਨ, ਜਦੋਂ ਫਰਮ ਦਾ ਪੈਸਾ, ਕਿਸੇ ਬੈਂਕ ਦਾ ਪੈਸਾ ਕੋਈ ਇੰਪਲਾਈ 2 ਨੰਬਰ ਦੇ ਵਿੱਚ ਆਪ ਦੱਬ ਲਵੇ, ਤੁਹਾਨੂੰ ਕਹਿ ਦਿੱਤਾ ਜਾਂਦਾ ਕਿ ਗਬਨ ਕਰ ਲਿਆ ਇਸਨੇ। ਇੰਪਲੋਈਜ਼ ਸਿੰਪਲ ਜਿਹਾ ਸ਼ਬਦ ਹੈ ਕਰਮਚਾਰੀ, ਤੁਹਾਨੂੰ ਪਤਾ ਹੀ ਹੈ। ਇਨਕਲੋਜ਼ਰ ਸਹਿ ਪੱਤਰ, ਨਾਲ ਜੋ ਕਿਸੇ ਫਾਈਲ ਵਗੈਰਾ ਦੇ ਨਾਲ ਜੋ ਪੱਤਰ ਦਿੱਤਾ ਜਾਵੇ, ਆਪਾਂ ਕਹਿੰਦੇ ਇਨਕਲੋਜ਼ਰ ਹੈ ਇਹ, ਇਹਦੇ ਵਿੱਚ ਡਿਟੇਲ ਦਿੱਤੀ ਹੋਈ ਹੈ। ਇੰਡੋਰਸਮੈਂਟ ਮੀਨਸ ਪਿੱਠਾਂਕਨ, ਬੈਂਕਸ ਵਗੈਰਾ ਇੰਡੋਰਸਮੈਂਟ ਜਿਹੜੀ ਹੈ ਜਿਸ ਤਰ੍ਹਾਂ ਭੇਜਦੇ ਨੇ ਪੁੱਛ ਪੜਤਾਲ ਕਰਨ ਤੋਂ ਬਾਅਦ। ਨੈਕਸਟ ਹੈ ਐਂਟਰੀ, ਯਾਨੀ ਕਿ ਜਿਹਨੂੰ ਅਸੀਂ ਇੰਦਰਾਜ ਕਹਿੰਦੇ ਹਾਂ, ਦਰਜ ਕਰਨਾ। ਇੰਨੇ ਪੈਸੇ ਲਏ, ਇੰਨੇ ਪੈਸੇ ਵਾਪਸ ਕੀਤੇ, ਉਹਨਾਂ ਦੀ ਐਂਟਰੀ ਕਰ ਲਈ ਗਈ ਪਾਸਬੁੱਕ ਦੇ ਵਿੱਚ, ਮੀਨਸ ਪਾਸਬੁੱਕ 'ਚ ਦਰਜ ਕਰ ਲਿਆ ਗਿਆ। ਨੈਕਸਟ ਹੈ ਅਸੈਂਸ਼ੀਅਲ ਕੁਆਲੀਫਿਕੇਸ਼ਨ, ਲਾਜ਼ਮੀ ਯੋਗਤਾ, ਮਤਲਬ ਵੱਧ ਹੋ ਸਕਦੀ ਹੈ ਪਰ ਇੰਨੀ ਕੁ ਅਸੈਂਸ਼ੀਅਲ ਹੈ। ਜੇ ਤੁਸੀਂ ਕੰਪਨੀ ਦੇ ਵਿੱਚ ਮੈਨੇਜਰ ਦੀ ਪੋਸਟ 'ਤੇ ਜੋਬ ਕਰਨਾ ਚਾਹੁੰਦੇ ਹੋ ਤਾਂ MBA ਤੁਹਾਡੀ ਅਸੈਂਸ਼ੀਅਲ ਕੁਆਲੀਫਿਕੇਸ਼ਨ ਹੈ। ਵੱਧ ਤੁਸੀਂ ਕਿੰਨਾ ਵੀ ਪੜ੍ਹੇ ਹੋ ਸਕਦੇ ਹੋ, ਹੋਰ ਡਿਗਰੀਆਂ ਕਿੰਨੀਆਂ ਵੀ ਹੋਣ। ਨੈਕਸਟ ਹੈ ਐਸਟੀਮੇਟ। ਐਸਟੀਮੇਟ ਮੀਨਸ ਅਨੁਮਾਨ ਲਗਾਉਣਾ,
ਆਮ ਤੌਰ 'ਤੇ ਕੰਪਨੀਆਂ ਖਰਚਿਆਂ ਦੇ ਲਈ ਪ੍ਰੋਜੈਕਟਸ ਲਈ ਐਸਟੀਮੇਟ ਲਗਾਉਂਦੀਆਂ ਨੇ। ਇਵੈਲੂਏਸ਼ਨ ਮੀਨਸ ਮੁਲਾਂਕਣ, ਕੰਪਨੀ ਇਵੈਲੂਏਟ ਕਰਦੀਆਂ ਨੇ। ਅੱਛਾ, ਮੈਂ ਤੁਹਾਨੂੰ ਇਹ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਤੋਂ ਹੀ ਕੋਈ ਨਾ ਕੋਈ ਉਦਾਹਰਨ ਦਿੰਦੀ ਹਾਂ। ਜਿਵੇਂ ਜੋ ਤੁਸੀਂ ਪੇਪਰ ਦਿੰਦੇ ਹੋ, ਅਸੀਂ ਤੁਹਾਨੂੰ ਨੰਬਰ ਦਿੰਦੇ ਹਾਂ, ਤਾਂ ਅਸੀਂ ਕੀ ਕਰ ਰਹੇ ਨੇ, ਇਵੈਲੂਏਟ ਕਰ ਰਹੇ ਹੁੰਦੇ, ਇਵੈਲੂਏਸ਼ਨ ਹੋ ਰਹੀ ਹੁੰਦੀ ਹੈ ਕਿ ਤੁਸੀਂ ਕੰਮ ਕੀ ਕੀਤਾ, ਕਿੰਨਾ ਕੀਤਾ। ਨੈਕਸਟ ਬੱਚੋ ਐਕਸਰਸਾਈਜ਼ ਆਫ ਪਾਵਰਸ, ਅਧਿਕਾਰਾਂ ਦੀ ਵਰਤੋਂ। ਠੀਕ ਹੈ, ਸਿੰਪਲ ਹੈ, ਅਧਿਕਾਰਾਂ ਦੀ ਵਰਤੋਂ ਕਰਨ ਨੂੰ ਕਹਿ ਦਿੰਦੇ ਨੇ ਐਕਸਰਸਾਈਜ਼ ਆਫ ਪਾਵਰ। ਨੈਕਸਟ ਹੈ ਐਕਸ ਆਫ ਇਸ਼ੂ, ਪਦਵੀਕਰਨ ਜਾਂ ਅਹੁਦੇਕਰਨ। ਕੁਛ ਪਾਵਰ ਸਾਨੂੰ ਜਾਂ ਕੁਛ ਹੋਰ ਜਿਹੜੇ ਹੈ ਜ਼ਿੰਮੇਵਾਰੀ ਸਾਨੂੰ ਪਦਵੀਕਰਨ ਜਾਂ ਅਹੁਦੇਕਰਨ ਮਿਲੀ ਹੁੰਦੀ ਹੈ। ਜਿਵੇਂ ਕਿ ਮੈਂ ਇੱਕ ਐਗਜ਼ਾਮਪਲ ਦੇਵਾਂ, ਭਾਰਤ ਦੇ ਪਲਾਨਿੰਗ ਕਮਿਸ਼ਨ ਦੀ ਗੱਲ ਕਰ ਲਈਏ ਚਲੋ, ਤਾਂ ਭਾਰਤ ਦਾ ਜਿਹੜਾ ਪਲਾਨਿੰਗ ਕਮਿਸ਼ਨ ਦਾ ਪ੍ਰਧਾਨ ਹੈ ਹਮੇਸ਼ਾ ਪ੍ਰਾਈਮ ਮਿਨਿਸਟਰ ਹੁੰਦਾ। ਤਾਂ ਉਹ ਕਿਉਂ ਹੁੰਦਾ, ਐਕਸ ਆਫ ਇਸ਼ੂ, ਆਪਣੀ ਪਦਵੀ ਜਾਂ ਅਹੁਦੇ ਦੇ ਕਾਰਨ। ਜਾਂ ਅਸੀਂ ਇਹ ਕਰ ਲਈਏ ਕਿ ਗਵਰਨਰ ਆਫ ਦਾ ਸਟੇਟ ਜਿਹੜਾ ਹੈ ਉਹ ਚਾਂਸਲਰ ਹੁੰਦਾ ਆਲ ਯੂਨੀਵਰਸਿਟੀਜ਼ ਦਾ, ਐਕਸ ਆਫ ਇਸ਼ੂ। ਠੀਕ ਹੈ, ਵਾਈਸ ਚਾਂਸਲਰਸ ਨਿਯੁਕਤ ਕੀਤੇ ਜਾਂਦੇ ਨੇ, ਪਰ ਗਵਰਨਰ ਚਾਂਸਲਰ ਹੁੰਦਾ, ਹਾਲਾਂਕਿ ਕੰਮ ਵਾਈਸ ਚਾਂਸਲਰਸ ਹੀ ਕਰਦੇ ਨੇ। ਨੈਕਸਟ ਬੱਚੋ ਫੈਕਟਸ ਐਂਡ ਫਿਗਰਸ, ਤੱਥ ਅਤੇ ਅੰਕੜੇ। ਕੋਈ ਵੀ ਗੱਲ ਜਦੋਂ ਆਫਿਸ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਫੈਕਟਸ ਐਂਡ ਫਿਗਰਸ ਦੀ ਬੇਸ 'ਤੇ ਕੀਤੀ ਜਾਂਦੀ ਹੈ। ਫਾਈਲ ਨੂੰ ਪੰਜਾਬੀ 'ਚ ਅਸੀਂ ਮਿਸਲ ਕਹਿ ਦਿੰਦੇ ਹਾਂ, ਬਹੁਤ ਘੱਟ ਬੱਚਿਆਂ ਨੂੰ ਇਹ ਸ਼ਬਦ ਪੰਜਾਬੀ ਦੇ ਵਿੱਚ ਪਤਾ ਹੋਏਗਾ, ਜਦ ਕਿ ਇੰਗਲਿਸ਼ ਤੁਸੀਂ ਅਕਸਰ ਹੀ ਫਾਈਲ ਸ਼ਬਦ ਵਰਤਦੇ ਹੋ। ਨੈਕਸਟ ਬੱਚੋ ਫਾਈਨੈਂਸ਼ੀਅਲ ਈਅਰ, ਯਾਨੀ ਕਿ ਵਿੱਤੀ ਵਰ੍ਹਾ। ਤਾਂ ਜੋ ਨੋਰਮਲ ਸਾਲ ਹੁੰਦਾ ਹੈ ਉਹ ਦਸੰਬਰ 'ਚ ਆ ਕੇ ਖ਼ਤਮ ਹੋ ਜਾਂਦਾ ਹੈ, ਬਟ ਫਾਈਨੈਂਸ਼ੀਅਲ ਈਅਰ ਜਿਹੜਾ ਹੈ 31 ਮਾਰਚ, 31 ਮਾਰਚ ਨੂੰ ਆ ਕੇ ਵਿੱਤੀ ਵਰ੍ਹਾ ਖ਼ਤਮ ਹੁੰਦਾ ਹੈ। ਠੀਕ ਹੈ, ਤਾਂ ਵਿੱਤੀ ਵਰ੍ਹਾ ਜਿਹੜਾ ਹੈ ਨਵਾਂ ਸ਼ੁਰੂ ਹੁੰਦਾ ਹੈ। ਫਿਰ ਉਸ ਤੋਂ ਬਾਅਦ ਅਪ੍ਰੈਲ ਤੋਂ 31 ਮਾਰਚ ਤੱਕ ਸਾਰੀਆਂ ਜਿਹੜੀਆਂ ਕਲੀਅਰ ਕਰ ਦਿੱਤੀਆਂ ਜਾਂਦੀਆਂ ਨੇਗੀਆਂ ਟ੍ਰਾਂਜੈਕਸ਼ਨਸ ਵਗੈਰਾ, ਜੋ ਵੀ ਹਿਸਾਬ ਕਿਤਾਬ ਲੈਣਾ ਦੇਣਾ ਹੁੰਦਾ ਨਾ। ਨੈਕਸਟ ਬੱਚੇ ਫੋਰ ਕਮੈਂਟਸ, ਕੋਈ ਫਾਈਲ ਕਿਸੇ ਨੂੰ ਭੇਜੀ ਗਈ, ਅਸੀਂ ਉੱਪਰ ਲਿਖ ਦਿੰਦੇ ਫੋਰ ਕਮੈਂਟਸ, ਟਿੱਪਣੀ ਹਿੱਤ, ਕਿ ਅਸੀਂ ਉਸ ਅਧਿਕਾਰੀ ਦੇ ਕਮੈਂਟਸ ਉਸ ਫਾਈਲ ਦੇ ਬਾਰੇ ਚਾਹੁੰਦੇ ਹਾਂ। ਫੋਰ ਡਿਸਪੋਜ਼ਲ, ਨਿਪਟਾਰੇ ਹਿੱਤ, ਕਿ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਹਾਂ, ਨਿਪਟਾਰਾ ਕਰਨਾ ਚਾਹੁੰਦੇ ਹਾਂ, ਤਾਂ ਇਸ ਤਰ੍ਹਾਂ ਦਾ ਕਮੈਂਟ ਫਾਈਲ ਦੇ ਉੱਤੇ ਲੱਗਿਆ ਹੁੰਦਾ ਹੈ। ਫੋਰ ਇਨਫੋਰਮੇਸ਼ਨ, ਸੂਚਨਾ ਹਿੱਤ, ਯਾਨੀ ਕਿ ਇਨਫੋਰਮੇਸ਼ਨ ਦੇਣ ਲਈ। ਸੇਮ ਹੈ ਫਾਰਮਲ ਅਪਰੂਵਲ, ਰਸਮੀ ਪ੍ਰਵਾਨਗੀ ਲਈ। ਕੋਈ ਮੀਟਿੰਗ ਹੋਈ, ਕੋਈ ਪ੍ਰੋਜੈਕਟ ਦਾ ਮੈਂ ਕੋਈ ਪ੍ਰੋਵੀਜ਼ਨ ਰੱਖਿਆ, ਸਭ ਨੇ ਕਹਿਤਾ ਠੀਕ ਹੈ, ਓਕੇ ਡਨ, ਇਹ ਤਾਂ ਹੋਣਾ ਹੀ ਚਾਹੀਦਾ ਹੈ, ਪਰ ਉਸ ਤੋਂ ਬਾਅਦ ਇੱਕ ਮੈਨੂੰ ਰਸਮੀ ਪ੍ਰਵਾਨਗੀ, ਫਾਰਮਲ ਅਪਰੂਵਲ ਦੀ ਜ਼ਰੂਰਤ ਪੈਂਦੀ ਹੈ, ਅਤੇ ਮੈਂ ਫਾਈਲ ਬਣਾ ਕੇ ਪੇਸ਼ ਕਰਦੀ ਹਾਂ। ਅਤੇ ਲਿਖ ਸਕਦੇ ਹੋ ਕਿ ਫॉर ਫਾਰਮਲ ਅਪਰੂਵਲ, ਕਿ ਭਾਵੇਂ ਅਪਰੂਵਲ ਪਹਿਲਾਂ ਹੋ ਚੁੱਕੀ ਹੈ ਪਰ ਰਸਮੀ ਪ੍ਰਵਾਨਗੀ ਹਲੇ ਬਾਕੀ ਹੈ। ਨੈਕਸਟ ਹੈ ਫॉर ਸਟ੍ਰਿਕਟ ਕੰਪਲਾਇੰਸ, ਇਨ ਬਿਨ ਪਾਲਣਾ ਲਈ, ਜਿਵੇਂ ਕਿਹਾ ਗਿਆ ਹੈ ਉਵੇਂ ਉਹਦੀ ਪਾਲਣਾ ਕੀਤੀ ਜਾਵੇ, ਉਹਦੇ 'ਚ ਕੋਈ ਛੇੜਛਾੜ ਜਾਂ ਤਬਦੀਲੀ ਨਾ ਕੀਤੀ ਜਾਵੇ, ਫਿਰ ਉਸ ਸ਼ਬਦ ਦੀ ਵਰਤੋਂ ਹੁੰਦੀ ਹੈ। ਗ੍ਰਾਂਟ ਇਨ ਏਡ, ਮਾਲੀ ਸਹਾਇਤਾ, ਯਾਨੀ ਕਿ ਆਰਥਿਕ ਸਹਾਇਤਾ, ਫਾਈਨੈਂਸ਼ੀਅਲ ਏਡ, ਪੈਸੇ ਨਾਲ ਸੰਬੰਧਿਤ ਸਹਾਇਤਾ। ਨੈਕਸਟ ਹੈ ਹੈਵ ਨੋ ਕਮੈਂਟਸ ਟੂ ਮੇਕ, ਜਿਵੇਂ ਆਪਾਂ ਉੱਪਰ ਲਿਖਿਆ ਸੀ ਕਿ ਫॉर ਕਮੈਂਟਸ, ਅਸੀਂ ਕਿਸੇ ਦੇ ਕਮੈਂਟਸ ਮੰਗੇ ਤਾਂ ਅਥਾਰਟੀ ਉਹਦੇ 'ਤੇ ਆਪਣੇ ਕੋਈ ਕਮੈਂਟ ਨਹੀਂ ਦੇਣਾ ਚਾਹੁੰਦਾ ਜਾਂ ਉਹਦੇ ਕੋਲ ਹੈ ਨਹੀਂ ਕੁਛ ਕਹਿਣ ਨੂੰ, ਤਾਂ ਉਹ ਲਿਖ ਸਕਦਾ ਹੈ ਕਿ ਹੈਵ ਨੋ ਕਮੈਂਟਸ ਟੂ ਮੇਕ, ਕੋਈ ਟਿੱਪਣੀ ਦੇਣ ਦੀ ਲੋੜ ਨਹੀਂ ਹੈ ਜਾਂ ਉਹ ਨਹੀਂ ਦੇਣਾ ਚਾਹੁੰਦੇ। ਹੈੱਡ ਕਲਰਕ, ਆਫਿਸਿਸ ਦੇ ਵਿੱਚ, ਫਾਰਮਸ ਦੇ ਵਿੱਚ, ਕੰਪਨੀਜ਼ ਦੇ ਵਿੱਚ ਮੁੱਖ ਕਲਰਕ ਹੁੰਦਾ ਹੈ ਹੈੱਡ ਕਲਰਕ। ਐਂਡ ਹੈੱਡ ਆਫ ਅਕਾਊਂਟ, ਲੇਖੇ ਦੀ ਮੱਤ, ਅਕਾਊਂਟ ਮਤਲਬ ਲੇਖਾ, ਆਪਾਂ ਪਹਿਲਾਂ ਵੀ ਪੜ੍ਹਿਆ ਸੀ। ਬਸ ਇੱਕ ਪੇਜ ਹੋਰ ਕਰਦੇ ਹਾਂ ਬੱਚੇ, ਜ਼ਿਆਦਾ ਲੰਬੇ ਵੀਡੀਓਜ਼ ਮੈਂ ਨਹੀਂ ਬਣਾਉਂਦੀ, ਤੁਸੀਂ ਵੀ ਬੋਰ ਹੋ ਜਾਂਦੇ ਹੋ, ਜ਼ਿਆਦਾ ਨਹੀਂ ਪੜ੍ਹਦੇ। ਨੈਕਸਟ ਬੱਚੇ ਜਿਹੜਾ ਮੇਰੇ ਕੋਲ ਸ਼ਬਦ ਹੈ ਉਹ ਹੈ ਸੌਰੀ, ਮੈਨੂੰ ਖੁਦ ਨੂੰ ਪੜ੍ਹਨ 'ਚੋਂ ਥੋੜ੍ਹੀ ਦਿੱਕਤ ਆ ਰਹੀ ਹੈ, ਲੈਟ ਮੀ ਚੈੱਕ। ਸ਼ਬਦ ਹੈ ਹੇਅਰ ਵਿਦ ਇਨਕਲੋਜ਼ਡ, ਓਕੇ, ਇਟ ਕੈਨ ਬੀ ਇਨਕਲੋਜ਼ਡ ਹੇਅਰ ਵਿਦ, ਨਾਲ ਲੱਥੀ ਹੈ। ਕੋਈ ਡਾਕੂਮੈਂਟ ਅਸੀਂ ਭੇਜਿਆ, ਉਹਦੇ ਬਾਰੇ ਅਸੀਂ ਇਨਫੋਰਮੇਸ਼ਨ ਦੇ ਦਿੰਦੇ ਹਾਂ ਕਿ ਇਹ ਨਾਲ ਹੀ ਇਨਕਲੋਜ਼ਡ ਹੈ, ਇਹਦੇ ਨਾਲ ਅਸੀਂ ਸਟੈਪਲ ਪੈਨ ਟੈਗ ਕੀਤਾ ਹੋਇਆ ਹੈ। ਲਾਈਕ ਤੁਸੀਂ ਐਡਮਿਸ਼ਨ ਲੈਣ ਆਏ, ਤੁਸੀਂ ਇੱਕ ਐਪਲੀਕੇਸ਼ਨ ਲਿਖੀ ਕਿ ਮੈਨੂੰ DAV ਵਿੱਚ ਐਡਮਿਸ਼ਨ ਦਿੱਤੀ ਜਾਏ, ਅਤੇ ਨਾਲ ਤੁਸੀਂ ਉੱਥੇ ਲਿਖ ਸਕਦੇ ਹੋ ਕਿ ਇਨਕਲੋਜ਼ਡ ਹੇਅਰ ਵਿਦ, ਕਿ ਕੁਛ ਬਰਥ ਸਰਟੀਫਿਕੇਟ, ਆਧਾਰ ਕਾਰਡ, ਜ਼ੈਰੋਕਸ ਕਾਪੀ ਆਫ ਆਧਾਰ ਕਾਰਡ, ਇੰਨੀਆਂ ਪਿਕਸ, ਇੱਕ ਡਿਟੇਲ ਬਣਾ ਸਕਦੇ ਹੋ। ਨੈਕਸਟ ਹੈ ਬੱਚੇ ਔਨਰੇਰੀਅਮ। ਔਨਰੇਰੀਅਮ ਮੀਨਸ ਔਨਰ ਦੇ ਤੌਰ 'ਤੇ, ਮਾਣ ਸਨਮਾਨ ਦੇ ਤੌਰ 'ਤੇ ਜੋ ਪੈਸੇ ਦਿੱਤੇ ਜਾਂਦੇ, ਮਾਨ ਭੇਟਾ। ਲਾਈਕ ਤੁਹਾਡਾ ਰਿਜ਼ਲਟ ਬਣਾ ਰਿਹਾ ਜੋ ਟੀਚਰਸ 10th ਕਲਾਸ ਦਾ, ਤਾਂ ਉਹਨਾਂ ਨੂੰ ਕੁਛ ਪੈਸੇ ਬੋਰਡ ਆਪਣੇ ਵੱਲੋਂ ਦੇਗਾ, ਦੈਟ ਇਜ਼ ਕੋਲਡ ਔਨਰੇਰੀਅਮ। ਕਿ ਉਹਨਾਂ ਦੀ ਮਿਹਨਤ ਦਾ ਮੁੱਲ ਤਾਂ ਨਹੀਂ ਹੈ, ਉਹ ਮਿਹਨਤ ਬਹੁਤ ਹੈ, ਪਰ ਚਲੋ ਬਿਲਕੁਲ ਕੁਛ ਨਾ ਦੇਣ ਨਾਲੋਂ ਅਸੀਂ ਸਨਮਾਨ ਵਜੋਂ ਕੁਛ
ਰਕਮ ਉਹਨਾਂ ਨੂੰ ਦੇਣੀ ਚਾਹਾਂਗੇ, ਦੈਟ ਇਜ਼ ਆਨਰੇਰੀਅਮ। ਹੈੱਡ ਆਫਿਸ ਮੁੱਖ ਦਫ਼ਤਰ, ਸਿੰਪਲ ਜੀ ਗੱਲ ਹੈ। ਹੈੱਡ ਆਫ ਦ ਬ੍ਰਾਂਚ ਸ਼ਾਖਾ ਦਾ ਮੁਖੀ। ਇੱਕ ਆਫਿਸ ਹੁੰਦਾ ਹੈ, ਉਹਦੀਆਂ ਬਹੁਤ ਸਾਰੀਆਂ ਬ੍ਰਾਂਚਿਸ ਹੋ ਸਕਦੀਆਂ ਨੇ। ਮੇਨ ਆਫਿਸ ਹੋਏਗਾ, ਹੈੱਡ ਆਫਿਸ ਕਹਿ ਦਿੱਤਾ ਜਾਏਗਾ, ਬਾਕੀ ਬ੍ਰਾਂਚਿਸ, ਠੀਕ ਹੈ। ਹੈੱਡ ਆਫ ਦ ਬ੍ਰਾਂਚ ਜਿਹੜਾ ਉਸ ਕਿਸੇ ਖਾਸ ਬ੍ਰਾਂਚ ਜਾਂ ਸ਼ਾਖਾ ਦਾ ਮੁਖੀ ਹੋ ਜਾਏਗਾ। ਨੈਕਸਟ ਇੰਸਟਰਕਸ਼ਨਸ ਹੈ, ਹਦਾਇਤਾਂ ਸਿੰਪਲ ਹੈ, ਪੇਪਰ 'ਚ ਵੀ ਇੰਸਟਰਕਸ਼ਨਸ ਤੁਹਾਨੂੰ ਦਿੱਤੀਆਂ ਹੁੰਦੀਆਂ। ਆਈ ਐਮ ਡਾਇਰੈਕਟਡ, ਜਦੋਂ ਤੁਸੀਂ ਦੱਸਣਾ ਹੋਵੇ ਕਿ ਮੈਨੂੰ ਹਦਾਇਤ ਹੋਈ ਹੈ ਕਿ ਇੱਦਾਂ ਕਰਨਾ ਹੈ। ਆਈ ਐਮ ਡਾਇਰੈਕਟਡ ਟੂ ਡੂ ਦਿਸ, ਆਈ ਐਮ ਡਾਇਰੈਕਟਡ ਟੂ ਡੂ ਦੈਟ, ਇਸ ਤਰ੍ਹਾਂ ਕਰਕੇ। ਨੈਕਸਟ ਹੈ ਬੱਚੋ ਇੰਪਲੀਮੈਂਟਡ। ਇੰਪਲੀਮੈਂਟਡ ਮੀਨਸ ਲਾਗੂ ਕੀਤਾ, ਠੀਕ ਹੈ। कि दिस चीज़ कि कोई भी चीज़ है कि दिस चीज़ सॉरी मैं वारी कुछ चीज़ कह रही हूँ, पंजाबी हिंदी मिक्स हो रही है। इम्प्लीमेंटेड मीन्स लाइक वी कैन से कि आवर कॉन्स्टिट्यूशन वॉज इम्प्लीमेंटेड, केम इनटू फोर्स होंगे वैसे ऑन दिस एंड दैट डे, ठीक है, लागू किया गया। नैक्सट है इन अकॉर्डेंस विद, दे अनुसार, जो भी कहा गया है ਉਸ ਦੇ ਅਨੁਸਾਰ ਸਾਨੂੰ ਇਹ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਕੁਝ ਅਸੀਂ ਇੰਸਟਰਕਸ਼ਨ ਦੇਣੀ ਹੋਵੇ ਤਾਂ ਅਸੀਂ ਵਰਤਿਆ ਇਨ ਅਕੋਰਡੈਂਸ ਵਿਦ। ਨੈਕਸਟ ਹੈ ਇਨ ਐਡੀਸ਼ਨ ਟੂ, ਮੰਨ ਲਓ ਕੋਈ ਇੰਸਟਰਕਸ਼ਨ ਹੈ ਕਿ ਇਹ ਕੰਮ ਕਰਨਾ ਹੈ, ਇਨ ਐਡੀਸ਼ਨ ਟੂ ਡੂ ਦਿਸ, ਇੱਦਾਂ ਕੋਈ ਵੀ ਦਿੱਤੀ ਜਾ ਸਕਦੀ ਹੈ ਇੰਸਟਰਕਸ਼ਨ। ਨੈਕਸਟ ਹੈ ਇਨ ਐਡਵਾਂਸ, ਪਹਿਲਾਂ ਹੀ ਅਗੇਤੇ ਰੂਪ ਵਿੱਚ ਹੀ। ਇੰਕਰੀਮੈਂਟ, ਤਰੱਕੀ ਜਾਂ ਵਾਧਾ, ਜੋ ਤਨਖਾਹ ਮਿਲਦੀ ਹੈ ਉਹਦੇ ਵਿੱਚ ਕਰਮਚਾਰੀਆਂ ਨੂੰ ਜੋ ਵਾਧਾ ਮਿਲਦਾ ਹੈ ਅਸੀਂ ਉਹ ਕਹਿੰਦੇ ਹਾਂ ਕਿ ਉਹਨਾਂ ਦਾ ਇੰਕਰੀਮੈਂਟ ਲੱਗਿਆ ਹੈ। ਨੈਕਸਟ ਹੈ ਬੱਚਿਓ ਇਨੀਸ਼ੀਅਲ ਪੇ, ਆਰੰਭਿਕ ਤਨਖਾਹ, ਯਾਨੀ ਕਿ ਜਦੋਂ ਕਿਸੇ ਨੇ ਜੋਬ ਜੁਆਇਨ ਕੀਤੀ ਤਾਂ ਜੋ ਵੀ ਉਹਨੂੰ ਤਨਖਾਹ ਮਿਲਦੀ ਸੀ ਉਹਦੀ ਇਨੀਸ਼ੀਅਲ ਪੇ ਹੋਊਗੀ। ਉਸ ਤੋਂ ਬਾਅਦ ਤਾਂ ਉੱਤੇ ਇੰਕਰੀਮੈਂਟਸ ਵਗੈਰਾ ਲੱਗਣਗੇ, ਤਰੱਕੀ ਜਾਂ ਵਾਧੇ ਨੂੰ ਮਿਲਣਗੇ। ਨੈਕਸਟ ਹੈ ਬੱਚਿਓ ਇਨਲੈਂਡ ਲੈਟਰ, ਅੰਤਰਦੇਸੀ ਪੱਤਰ, ਬਲੂ ਕਲਰ ਦਾ ਹੁੰਦਾ ਸੀ ਜਿਹਦੇ 'ਤੇ ਚਿੱਠੀ ਲਿਖੀ ਜਾਂਦੀ ਸੀ, ਇਨਲੈਂਡ ਲੈਟਰ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ। ਅੱਜ ਕੱਲ੍ਹ ਤਾਂ ख़त्म ही हो गया रिवाज चिट्ठियाँ वगैरह का। नैक्सट है बच्चों इन ऑर्डर ऑफ मैरिट, योग्यता के क्रम अनुसार, कि ठीक है तुहानूं स्टेशन मिलणगे, मान लो कोई रिक्रूटमेंट हुई है, टीचर्स नूं ही रखा गया है भर्ती वास्ते, तो उन्होंने कह दिता जाएगा कि इन ऑर्डर ऑफ मैरिट तुहानूं स्टेशन चूज़ करने लई मिलणगे। जिवें सब तो पहला मैरिट वाले ने सब तो पहला बुला लिया, फिर उस तो अगला स्लॉट, उस तो अगला, इस तरह करके। नैक्सट है इन रिस्पैक्ट ऑफ, इस दे विषय विच, इन रिस्पैक्ट ऑफ कोविड-19 गाइडलाइनस वी आर गोइंग टू डू दिस दैट, लाइक इदा, ठीक है। इस दे विषय विच इंटरम रिप्लाई, अंतरिम उत्तर, ਜਿਹੜਾ ਕਿ ਫਾਈਨਲ ਨਹੀਂ ਹੁੰਦਾ, ਜਿਹੜਾ ਕਿ ਲਾਸਟ ਨਹੀਂ ਹੁੰਦਾ, ਜਿਹੜਾ ਕਿ ਆਰਜ਼ੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਥੋੜ੍ਹੇ ਸਮੇਂ ਲਈ ਆਰਜ਼ੀ ਉੱਤਰ, ਬਾਕੀ ਡਿਟੇਲਡ ਅਸੀਂ ਬਾਅਦ 'ਚ ਦੱਸ ਸਕਦੇ ਹਾਂ। ਨੈਕਸਟ ਹੈ ਬੱਚੋ ਇੰਟੀਮੇਸ਼ਨ, ਇਤਲਾਹ ਦੇਣੀ ਜਾਂ ਸੂਚਨਾ ਦੇਣੀ। ਮੈਨੂੰ ਇੰਟੀਮੇਟ ਕੀਤਾ ਗਿਆ, ਨਹੀਂ ਕੀਤਾ ਗਿਆ, ਤੈਨੂੰ ਇੰਟੀਮੇਸ਼ਨ ਮਿਲੀ, ਇਹ ਸ਼ਬਦ ਅਸੀਂ ਅਕਸਰ ਹੀ ਵਰਤਦੇ ਹਾਂ। ਇਰਰੈਗੂਲੈਰਿਟੀ, ਬੇਨਿਯਮੀ ਜਾਂ ਬੇਕਾਇਦਗੀ, ਕਿ ਫਲਾਣਾ ਬੰਦਾ ਆਪਣੇ ਕੰਮ 'ਚ ਬਹੁਤ ਇਰਰੈਗੂਲਰ ਹੈ, ਮੀਨਸ ਬਹੁਤ ਬੇਨਿਯਮੀਆਂ ਕਰਦਾ ਹੈ। ਇਨ ਟਾਈਮ, ਸਮੇਂ ਸਿਰ, ਉਹ ਆਪਣਾ ਕੰਮ ਹਮੇਸ਼ਾ ਇਨ ਟਾਈਮ ਕਰਦਾ ਹੈ। ਨੈਕਸਟ ਹੈ ਜੁਆਇੰਟ ਡਾਇਰੈਕਟਰ, ਸੰਯੁਕਤ ਨਿਰਦੇਸ਼ਕ। ਅਸੀਂ ਡਾਇਰੈਕਟਰ ਸ਼ਬਦ ਪੜ੍ਹਿਆ ਸੀ, ਉਹਦੇ ਨਾਲ ਜੋ ਹੈਲਪ ਕਰਦਾ ਹੈ ਜੁਆਇੰਟ ਡਾਇਰੈਕਟਰ, ਦੋਨੋਂ ਡਾਇਰੈਕਟਰ ਹੋਣਗੇ ਮੀਨਸ। ਨੈਕਸਟ ਹੈ ਜੁਆਇਨਿੰਗ ਡੇਟ, ਹਾਜ਼ਰੀ ਮਿਤੀ, ਜਿਸ ਤਰੀਕ ਨੂੰ ਤੁਸੀਂ ਜੋਬ ਜੁਆਇਨ ਕੀਤੀ ਦੈਟ ਇਜ਼ ਯੋਰ ਜੁਆਇਨਿੰਗ ਡੇਟ। ਨੈਕਸਟ ਹੈ ਜੁਆਇਨਿੰਗ ਰਿਪੋਰਟ। ਉਸ ਤੋਂ ਬਾਅਦ ਜੁਆਇਨਿੰਗ ਟਾਈਮ। ਬੱਚੋ ਇਕੱਠਾ ਅਸੀਂ ਇਹਨਾਂ ਨੂੰ ਕਰ ਸਕਦੇ ਹਾਂ ਕਿ ਜਦੋਂ ਵੀ ਕੋਈ ਇੰਪਲੋਈ ਕੋਈ ਜੋਬ ਜੁਆਇਨ ਕਰਦਾ ਹੈ ਤਾਂ ਇੱਕ ਜੁਆਇਨਿੰਗ ਰਿਪੋਰਟ ਦਿੰਦਾ ਹੈ, ਉਸ ਦਾ ਇੱਕ ਜੁਆਇਨਿੰਗ ਟਾਈਮ ਹੁੰਦਾ ਹੈ, ਕਿੰਨੇ ਵੱਜ ਕੇ ਕਿੰਨੇ ਮਿੰਟ ਜਾਂ ਬਿਫੋਰ, ਐਕਚੁਅਲੀ ਹੁੰਦਾ 12 o'clock, ਯਾਨੀ ਕਿ ਦੁਪਹਿਰ ਤੋਂ ਪਹਿਲਾਂ ਜਾਂ ਦੁਪਹਿਰ ਤੋਂ ਬਾਅਦ ਮੈਂ ਸੰਸਥਾ ਦੇ ਵਿੱਚ ਆਪਣੀ ਹਾਜ਼ਰੀ ਰਿਪੋਰਟ ਦੇ ਰਿਹਾ ਹਾਂ ਕਿ ਮੈਂ ਇੱਥੇ ਜੁਆਇਨ ਕੀਤਾ। ਨੈਕਸਟ ਹੈ ਬੱਚੋ ਕਾਈਂਡਲੀ ਐਕਨੋਲੇਜ ਰਿਸੀਟ, ਕਿਰਪਾ ਕਰਕੇ ਰਸੀਦ ਭੇਜੀ ਜਾਵੇ। ਨੈਕਸਟ ਹੈ ਲੀਵ ਨੋਟ ਡਿਊ, ਕੋਈ ਛੁੱਟੀ ਬਕਾਇਆ ਨਹੀਂ ਹੈ, ਕਿਸੇ ਨੇ ਛੁੱਟੀ ਅਪਲਾਈ ਕੀਤੀ, ਅਗਲਿਆਂ ਨੇ ਉਹਨੂੰ ਸੈਂਕਸ਼ਨ ਨਹੀਂ ਕੀਤਾ, ਅਗਲੇ ਨੇ ਲਿਖ ਦਿੱਤਾ ਕਿ ਲੀਵ ਨੋਟ ਡਿਊ, ਅਥੋਰਿਟੀਜ਼ ਨੇ, ਕਿ ਤੁਹਾਡੀ ਕੋਈ ਛੁੱਟੀ ਬਕਾਇਆ ਨਹੀਂ, ਤੁਸੀਂ ਛੁੱਟੀ ਨਹੀਂ ਲੈ ਸਕਦੇ। ਲੀਵ ਵਿਦ ਪੇ, ਤਨਖਾਹ ਸਹਿਤ ਛੁੱਟੀ। ਕੁਝ ਛੁੱਟੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਸੰਸਥਾ ਵੱਲੋਂ ਦਿੱਤੀਆਂ ਜਾਂਦੀਆਂ ਨੇ ਅਤੇ ਬਦਲੇ 'ਚ ਤਨਖਾਹ ਵੀ ਨਹੀਂ ਕੱਟੀ ਜਾਂਦੀ। ਨੈਕਸਟ ਹੈ ਲੀਵ ਪ੍ਰੈਪਰੇਟਰੀ ਟੂ ਰਿਟਾਇਰਮੈਂਟ, ਅਤੇ ਜੇ ਗੌਰਮੈਂਟ ਇੰਪਲਾਈ ਹੁੰਦੇ, ਜਦੋਂ ਉਹਨਾਂ ਨੇ ਰਿਟਾਇਰ ਹੋਣਾ ਹੁੰਦਾ ਤਾਂ ਉਹਨਾਂ ਨੇ ਆਪਣੇ ਬਹੁਤ ਸਾਰੇ ਡਿਊਜ਼ ਕਲੀਅਰ ਕਰਨ ਦੀ ਗੱਲ ਕਰਨੀ ਹੁੰਦੀ ਹੈ, ਤਾਂ ਉਹਦੀ ਪ੍ਰੈਪਰੇਸ਼ਨ ਲਈ, ਉਹਦੀ ਪ੍ਰੈਪਰੇਟਰੀ ਲੀਵ ਜੋ ਉਹਨਾਂ ਨੂੰ ਮਿਲਦੀ ਹੈ
दैट इज़ कॉल्ड लीव प्रिपरेटरी टू रिटायरमेंट। नेक्स्ट है लेंथ ऑफ सर्विस, सेवा काल, यानी कि जे किसी इंसान ने मान लो 30 साल की उम्र ਵਿੱਚ नौकरी ਜਿਹੜੀ ਹੈ ਉਹ ਹਾਸਲ ਕੀਤੀ, 58 ਸਾਲ ਦੀ ਉਮਰ ਵਿੱਚ ਉਹ ਰਿਟਾਇਰ ਹੋ ਜਾਂਦਾ ਹੈ ਤਾਂ ਉਹਦਾ ਸੇਵਾ ਕਾਲ ਜਾਂ ਲੈਂਥ ਆਫ ਸਰਵਿਸ 28 ਸਾਲ 28 ਈਅਰਸ ਹੋ ਗਿਆ। ਮੇਨਟੇਨੈਂਸ ਅਲਾਊਂਸ, ਨਿਰਬਾਹ ਭੱਤਾ ਜਾਂ ਗੁਜ਼ਾਰਾ ਭੱਤਾ ਸਰਕਾਰ ਵੱਲੋਂ ਜਾਂ ਕੰਪਨੀਜ਼ ਵੱਲੋਂ ਆਪਣੇ EMPLOYEES ਨੂੰ ਦਿੱਤਾ ਜਾਂਦਾ ਹੈ। ਮੇ ਬੀ ਫਾਈਲ ਕਰ ਦਿੱਤਾ ਜਾਵੇ, ਯਾਨੀ ਕਿ ਅਗਾਂਹ ਪ੍ਰੋਸੀਡਿੰਗ ਲਈ ਕੋਈ ਚੀਜ਼ ਭੇਜਣੀ ਹੋਵੇ ਤਾਂ। ਨੈਕਸਟ ਹੈ ਮੈਡੀਕਲ ਸਰਟੀਫਿਕੇਟ ਆਫ ਫਿਟਨੈਸ, ਤਾਂ ਜਦੋਂ ਕੋਈ ਜੋਬ ਜੁਆਇਨ ਕਰਨੀ ਹੈ, ਕੋਈ ਇੰਸਟੀਚਿਊਟ ਜੁਆਇਨ ਕਰਨਾ ਹੈ ਤਾਂ ਆਮ ਤੌਰ 'ਤੇ ਮੈਡੀਕਲ ਫਿਟਨੈਸ ਦਾ ਸਰਟੀਫਿਕੇਟ ਮੰਗਿਆ ਜਾਂਦਾ ਹੈ। ਉਹਨੂੰ ਅਸੀਂ ਅਰੋਗਤਾ ਦਾ ਡਾਕਟਰੀ ਸਰਟੀਫਿਕੇਟ ਕਹਿੰਦੇ ਕਿ ਅਸੀਂ ਮੈਡੀਕਲੀ ਫਿਟ ਹਾਂ ਇਸ ਜੋਬ 'ਤੇ ਜਾਂ ਇਸ ਕਾਲਜ ਪੜ੍ਹਨ ਦੇ ਲਾਇਕ ਹੈ ਔਰ ਕੋਈ ਮਤਲਬ ਗੜਬੜ ਸਾਡੀ ਹੈਲਥ ਕਰਕੇ ਨਹੀਂ ਹੋਏਗੀ। ਮੈਡੀਕਲ ਸਰਟੀਫਿਕੇਟ ਦੇ ਕੇ ਹੀ ਅਸੀਂ ਪ੍ਰਾਪਤ ਕਰ ਸਕਦੇ ਹਾਂ ਜੁਆਇਨਿੰਗ। ਸੋ ਬੱਚੋ ਇਹ ਸੀ ਸਾਡੇ 2 ਪੇਜਿਸ। ਜਦੋਂ ਤੱਕ ਤੁਸੀਂ ਇਹ ਰਿਵਾਈਜ਼ ਕਰਦੇ ਹੋ ਮੈਂ ਅਗਲਾ ਵੀਡੀਓ ਭੇਜਦੀ ਹਾਂ, ਤਿਆਰ ਕਰਦੀ ਹਾਂ। ਪਲੀਜ਼ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ। ਘਰ ਰਹੋ, ਸੁਰੱਖਿਅਤ ਰਹੋ। ਧੰਨਵਾਦ।